ਉਹ 100% ਕਈ ਵਾਰੀ ਗੱਲ ਤੁਸੀਂ ਜਿਵੇਂ ਦੱਸ ਬਹੁਤ ਸੌਖੀ ਜੀ ਬਣਾ ਕੇ ਦੱਸ ਦਿੰਦੇ ਹੋ, ਉਹਨੂੰ ਆਪਣੇ ਮੰਨਣ 'ਚ ਵੀ ਨਹੀਂ ਆਉਂਦੀ ਆਮ ਬੰਦੇ ਦੇ, ਕਿਉਂਕਿ ਅਸੀਂ ਤੁਹਾਡੇ ਨਜ਼ਰੀਏ ਨਾਲ ਚੀਜ਼ ਨੂੰ ਦੇਖਿਆ ਨਹੀਂ, ਸਾਡਾ ਤਜਰਬਾ ਨਹੀਂ। ਨੇਚਰ ਦੇ ਜਿੰਨਾ ਕਰੀਬ ਰਹੋਗੇ ਤੁਸੀਂ ਉਹਨਾਂ ਪਰੇਸ਼ਾਨੀਆਂ ਤੋਂ ਦੂਰ ਰਹੋਗੇ। ਬਹੁਤ ਸਾਰੇ ਡਾਕਟਰਸ ਜਿਨ੍ਹਾਂ ਨੇ ਹੋਮਿਓਪੈਥਿਕ ਪੜ੍ਹੀ ਨਹੀਂ ਹੁੰਦੀ, ਉਹਨਾਂ ਕੋਲੇ ਪੇਸ਼ੈਂਟਸ ਜਾਂਦੇ, ਉਹ ਦੱਸਦੇ ਨੇ ਕਿ ਅਸੀਂ ਤਾਂ ਹੋਮਿਓਪੈਥਿਕ ਲਈ ਸੀ, ਅਸੀਂ ਠੀਕ ਹੋ ਗਏ। ਹੁਣ ਉਹ ਠੀਕ ਵੀ ਹੋ ਚੁੱਕੇ, ਇੱਕ ਉਹਨਾਂ ਕੋਲ ਐਕਸਪੀਰੀਅੰਸ ਵੀ ਮੌਜੂਦ ਹੈ। ਅੱਗੋਂ ਉਹਨਾਂ ਨੂੰ ਉਹ ਕੀ ਕਹਿੰਦੇ ਨੇ, ਨਾ 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 ਉਹ ਨਾ ਲੈਣਾ, ਉਹ ਤਾਂ ਤੁਸੀਂ ਮਰ ਜਾਓਗੇ। ਜਦੋਂ ਕੋਈ ਕਿਤੋਂ ਕੋਈ ਗੱਲ ਸੁਣ ਲੈਣੀ, ਕਿਤੋਂ ਕੋਈ ਗੱਲ ਸੁਣ ਲੈਣੀ, ਫਿਰ ਹੁੰਦਾ ਵੀ ਹੁਣ ਸਹੀ ਕਿਹੜੀ ਮੰਨੀਏ ਯਾਰ। ਇਹ ਸ਼ੰਕੇ ਹਰ ਇੱਕ ਬਿਮਾਰੀ ਦੇ ਵਿੱਚ ਇਵੇਂ ਹੀ ਪੈਦਾ ਹੋਏ ਨੇ, ਕਿਉਂਕਿ ਡਾਕਟਰਸ ਨੇ ਚਲੋ ਮਿਹਨਤ ਕੀਤੀ, ਆਪਣੇ ਤਜਰਬੇ ਨੇ, ਪਰ ਉਹਦੇ ਵਿੱਚੋਂ ਲੋਕ ਕਿੱਦਾਂ ਛਾਨਣਾ ਲਾਉਣ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ। YouTube ਤੇ ਜਿਹਨੇ 2 ਜਮਾਤਾਂ ਪੜ੍ਹੀਆਂ ਉਹ ਵੀ ਡਾਕਟਰ ਬਣ ਕੇ ਬੈਠਾ, ਜਿਹਨੇ 20 ਪੜ੍ਹੀਆਂ ਉਹ ਵੀ ਡਾਕਟਰ ਬਣ ਕੇ ਬੈਠਾ, ਜਿਹਦਾ ਐਕਸਪੀਰੀਅੰਸ ਉਹ ਵੀ ਬੈਠਾ, ਜਿਹਦਾ ਨਹੀਂ ਹੈ ਉਹ ਵੀ ਬੈਠਾ। ਤੇ YouTube ਤੋਂ ਤੁਸੀਂ ਜਿੰਨਾ ਤੁਸੀਂ ਨੌਲੇਜ ਲਓਗੇ, ਉਹਨੂੰ ਕਹਿੰਦੇ ਨੇ ਨੀਮ ਹਕੀਮ। ਫਿਰ ਹੁੰਦਾ ਵੀ ਯਾਰ ਇੰਨਾ ਸੌਖਾ ਥੋੜਾ, ਲੋਕ ਜੇ ਇੰਨਾ ਸੌਖਾ ਹੋਏ ਤੇ ਕਰੋੜਾਂ ਲੋਕ ਇਸ ਚੀਜ਼ ਨਾਲ ਪੀੜਤ ਕਿਉਂ ਹੋਣ। ਤੇ ਸਾਨੂੰ ਉਹ ਚਾਹੇ ਉਹਨਾਂ ਡੈਮੇਜ ਨਹੀਂ ਕਰਦੇ ਜਿੰਨਾ ਘਟਾ ਘਟ ਗਰਮ ਪਾਣੀ ਪੀਣਾ ਡੈਮੇਜ ਕਰਦਾ। ਪ੍ਰਾਈਮ ਏਸ਼ੀਆ ਟੀਵੀ ਤੇ ਸਵਾਗਤ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਫਿਰ ਤੋਂ। ਮੈਂ ਜੋਗਰਾਜ ਸਿੰਘ ਕਾਲੋਂ ਤੇ ਅੱਜ ਇੱਕ ਵਾਰੀ ਫਿਰ ਤੋਂ ਸਾਡੇ ਨਾਲ ਡਾਕਟਰ ਮੁਰਤਜ਼ਾ ਨੇ। ਸ਼ੂਗਰ ਦੇ ਉੱਤੇ, ਉਹਨਾਂ ਦੇ ਨਾਲ ਡਾਇਬਟੀਜ਼ ਦੇ ਉੱਤੇ ਪਿਛਲੇ 2 ਐਪੀਸੋਡ ਅਸੀਂ ਕਰ ਚੁੱਕੇ ਹਾਂ ਤੇ ਇਹ ਬਿਮਾਰੀ ਇਸ ਢੰਗ ਤਰੀਕੇ ਨਾਲ ਜਕੜੀ ਪਈ ਆ ਜਿਨ੍ਹਾਂ ਨੂੰ ਕਈਆਂ ਨੂੰ ਲੋਕਾਂ ਨੂੰ ਪਤਾ, ਕਈਆਂ ਨੂੰ ਨਹੀਂ ਪਤਾ। ਸੋ ਇਹਦੇ ਉੱਤੇ ਕੋਸ਼ਿਸ਼ ਆ ਕਿ ਡਿਟੇਲਡ ਹੋਰ ਗੱਲਬਾਤ ਕਰੀਏ। ਹੋਰ ਬਹੁਤ ਸਾਰੇ ਦੇ ਪਹਿਲੂ ਨੇ, ਲੋਕ ਵੱਖ-ਵੱਖ ਤੁਹਾਡੇ ਮੈਸੇजेस, ਸੁਨੇਹੇ ਪ੍ਰੋਗਰਾਮਾਂ ਦੇ ਉੱਤੇ ਜਾਂ ਉੱਦਾਂ ਫੋਨ ਕਾਲਸ ਰਾਹੀਂ ਜਾਂ ਮੈਸੇजेस ਆ ਰਹੇ ਨੇ, ਉਹਨਾਂ ਦੇ ਵੀ ਨਾਲ ਜਵਾਬ ਦਿੱਤੇ ਜਾ ਸਕਣ ਹਰ ਇੱਕ ਬੰਦੇ ਦਾ, ਕਿਉਂਕਿ ਆਪਣਾ ਨਜ਼ਰੀਆ ਬਿਮਾਰੀ ਦਾ ਕਿਸੇ ਨੂੰ ਬਹੁਤ ਪੁਰਾਣੀ ਹੈ, ਕਿਸੇ ਨੂੰ ਨਵੀਂ ਹੈ, ਕਿਸੇ ਦੇ ਕੋਈ ਸਵਾਲ ਨੇ, ਕਿਸੇ ਦੇ ਤੌਖਲੇ ਨੇ ਤੇ ਕਿਸੇ ਨੂੰ ਕੋਈ ਸ਼ੰਕਾ ਵੀ ਹੈ। ਸੋ ਸਾਰਾ ਕੁਝ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਮੁੱਦਾ ਡਾਇਬਟੀਜ਼ ਦੇ ਨਾਲ ਰਿਲੇਟਡ ਹੀ ਹੋਊਗਾ। ਡਾਕਟਰ ਸਾਹਿਬ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਬਹੁਤ ਸਵਾਗਤ ਹੈ ਜੀ। ਕੀ ਹਾਲ ਹੈ ਜੋਗਿਆ ਜੀ? ਬਹੁਤ ਵਧੀਆ ਡਾਕਟਰ ਸਾਹਿਬ, ਤੁਸੀਂ ਦੱਸੋ ਜੀ। ਅੱਜ ਸਵੇਰ ਦਾ ਨਾ ਉਹ ਖਿੜਖੜਾ ਕੇ ਹੱਸਿਆ ਨਹੀਂ ਗਿਆ ਇੱਕ ਵਾਰੀ ਵੀ। ਅੱਛਾ, ਹਾਂ ਤੇ ਪ੍ਰੋਗਰਾਮ ਚ 10 ਪੂਰੇ ਕਰ ਲੈਣੇ ਆ। ਇੱਕ ਹੋ ਗਿਆ। ਲੋ ਜੀ, ਇਹ ਹੱਸਣ ਨਾਲ ਸ਼ੁਰੂਆਤ ਹੋ ਗਈ ਨਾ। ਤੁਸੀਂ ਡਾਕਟਰ ਸਾਹਿਬ ਜਦੋਂ ਵੀ ਆਉਂਦੇ ਹੋ ਨਾ, ਬਾਕੀ ਇੱਕ ਜਿਹੜੀਆਂ ਵਾਈਬਸ ਨੇ ਨਾਲ, ਉਹ ਬਹੁਤ ਮੈਟਰ ਕਰਦੀਆਂ ਨੇ। ਮੇਰੇ ਖਿਆਲ ਆਮ ਸੁਣੀਦਾ ਕਿ ਡਾਕਟਰ ਦਾ ਅੱਧਾ ਕੰਮ ਤੇ ਉਹਦੀਆਂ ਹਸਾ ਕੇ ਜਾਂ ਖੜਾ ਕੇ ਬੰਦੇ ਨੂੰ ਖੜਾ ਕੇ ਠੀਕ ਹੋ ਜਾਂਦਾ ਨਾ, ਤੇ ਤੁਸੀਂ ਇਹ ਵਧੀਆ ਪੈਂਤੜ ਅਪਣਾਇਆ। ਲੇਕਿਨ ਯੋਗਰਾਜ ਜੀ, ਮੇਰੇ ਜਿਹੜੇ ਪੇਸ਼ੈਂਟਸ ਨੇ ਨਾ, ਜਿਹੜੇ ਤੇ ਸਿਆਣੇ ਪੇਸ਼ੈਂਟ ਨੇ, ਦਵਾਈ ਟਾਈਮ ਤੇ ਲੈਂਦੇ ਨੇ, ਅੱਛਾ ਜੀ, ਉਹ ਠੀਕ ਵੀ ਹੋ ਜਾਂਦੇ ਨੇ, ਉਹਨਾਂ ਨਾਲ ਤੇ ਮੈਂ ਹੱਸਦਾ। ਤੇ ਜਿਹੜੇ ਦਵਾਈ ਨਹੀਂ ਨਾ ਟਾਈਮ ਤੇ ਲੈਂਦੇ, ਅੱਛਾ, ਗੈਪ ਪਾਉਂਦੇ ਨੇ ਵਿੱਚ, ਜਾਂ ਤੂੰ ਮਹੀਨਾ 2 ਮਹੀਨੇ ਬਾਅਦ ਆਉਂਦੇ ਨੇ, ਡਾਂਗ ਖੜਕਦੀ ਫਿਰ ਪੂਰੀ, ਤੇ ਉਹਨਾਂ ਨੂੰ ਫਿਰ ਉਹਨਾਂ ਨੇ ਸੁਣਿਆ ਹੋਣਾ ਕਿ ਮੈਂ ਤਾਂ ਕਦੀ ਹੱਸਿਆ ਹੀ ਨਹੀਂ। 2 ਵਾਰੀ ਹੋ ਗਿਆ। ਉਹਨਾਂ ਨੂੰ ਫਿਰ ਪਤਾ ਲੱਗਦਾ ਕਿ ਅਸਲ ਡਾਕਟਰ ਕਿੰਨਾ ਕਪੱਤਾ ਹੈ ਨਾ। ਅੱਛਾ, ਉਦੋਂ ਸਮਝ ਆਉਂਦੀ ਹੈ। ਅੱਛਾ, ਇਹ ਮਤਲਬ ਡਾਕਟਰ ਸਾਹਿਬ ਦੇ ਰੂਪ ਨੇ ਨਾ, ਅਗਲੇ ਬੰਦੇ ਤੇ ਮੈਟਰ ਕਰਦਾ ਵੀ ਰੂਪ ਕਿਹੜਾ ਅੰਦਰੋਂ ਨਿਕਲਣਾ। ਹਾਂ, ਕਿਹੜਾ ਤੁਸੀਂ ਲੈਣਾ ਰੂਪ। ਜਿੱਦਾਂ ਦੇ ਕਹਿੰਦੇ ਚੜ ਕੇ ਆਓਗੇ, ਉਹੋ ਜਿਹੇ ਤੁਹਾਨੂੰ ਅੱਗੋਂ ਜਵਾਬ ਮਿਲਣਾ। ਮੈਨੂੰ ਨਾ ਖੁਸ਼ੀ ਉਦੋਂ ਹੁੰਦੀ ਹੈ ਯੋਗਰਾਜ ਜੀ, ਜਦੋਂ ਕੋਈ ਸ਼ਖਸ ਠੀਕ ਹੁੰਦਾ। ਦੇਖੋ, ਨਾ ਤੇ ਮੈਂ ਕਲੀਨਿਕ ਕਰਦਾ ਪੈਸਿਆਂ ਵਾਸਤੇ, ਪੈਸੇ ਸਾਰੀ ਉਮਰ ਦੇਖੇ। ਹੁਣ ਤੇ ਆਖਰੀ ਉਮਰ ਹੈ ਨਾ, ਤੇ ਆਖਰੀ ਉਮਰੇ ਕਿੱਥੇ ਆਖਰੀ ਆ? ਕੌਣ ਕਹਿੰਦਾ? ਬੰਦਾ ਦੱਸੋ ਜਿਹੜਾ ਕਹਿੰਦਾ ਕਿ ਆਖਰੀ ਉਮਰ ਹੈ ਤੁਹਾਡੀ। ਮੈਂ ਆਪ ਹੀ ਕਹਿੰਦਾ, ਜਿੰਨਾ ਛੇਤੀ ਚਲੇ ਜਾਓ ਉਨਾ ਚੰਗਾ ਨਾ। ਤੇ ਜਿਹੜੇ ਤੁਸੀਂ ਕਮਾਏ ਆ, ਉਹ ਤੁਸੀਂ ਕਬਰ 'ਚ ਨਾਲ ਲੈ ਕੇ ਜਾਣੇ ਆ, ਉਹ ਖਾ ਲਓ। ਤੇ ਇਹ ਹੁਣ ਓਨੇ ਕੁ ਲਵੋ ਜਿੰਨਾ ਕੁ ਖਰਚਾ ਤੁਹਾਡਾ ਕਲੀਨਿਕ ਦਾ ਨਿਕਲਦਾ ਰਹੇ। ਇਹੀ ਰੀਜ਼ਨ ਹੈ ਕਿ ਮੈਂ ਪੈਸਿਆਂ ਲਈ ਕੰਮ ਨਹੀਂ ਕਰਦਾ। ਹੁਣ ਮੇਰੇ ਕੰਮ ਜਿਹੜਾ ਉਹ ਲੋਕਾਂ ਦੀ, ਇਹ ਹੈਗਾ ਤੇ ਸ਼ੁਰੂ ਤੋਂ ਹੀ ਐਵੇਂ ਸੀਗਾ ਕਿ ਲੋਕਾਂ ਦੀ ਸਿਹਤ ਵਾਸਤੇ ਕਰਦਾ ਸੀ ਮੈਂ ਕੰਮ। ਜਿਹਦੇ ਕੋਲ ਨਹੀਂ ਪੈਸੇ ਹੁੰਦੇ ਸੀ, ਪਹਿਲੇ ਦਿਨ ਤੋਂ ਹੀ ਮੈਂ ਨਹੀਂ ਸੀ ਲੈਂਦਾ। ਉਹਨੂੰ ਕਹਿੰਦਾ ਸੀ ਤੇਰੀ ਸਾਰੀ ਉਮਰ ਦੀ ਦਵਾਈ ਫਰੀ ਹੈ। ਹੁਣ ਆ ਕੇ ਤੇ ਜ਼ਿਆਦਾ ਹੋ ਗਈ ਇਹ ਗੱਲ। ਅੱਗੇ ਮੇਰੀ ਫੀਸ ਸੀ $500। ਤੁਸੀਂ ਦੇਖੋ, ਮੈਂ ਨੋਟ ਕੀਤਾ, ਮੈਂ ਕਿ ਯਾਰ $500 ਨਾ ਮੈਨੂੰ ਮਹੀਨੇ ਦੇ ਨਾ ਇੰਨੇ ਸਾਰੇ ਪੈਸੇ ਬਚ ਜਾਂਦੇ ਆ। ਮੈਂ ਕਿਹਾ ਇਹ ਜ਼ਿਆਦਾ ਯਾਰ, ਇਹ ਜਿਹੜੇ ਬਚ ਰਹੇ ਆ ਨਾ, ਇੰਨੇ ਨਹੀਂ ਬਚਣੇ ਚਾਹੀਦੇ। ਇਹਨਾਂ ਨੂੰ, ਕਸਟਮਰ ਨੂੰ, ਪੇਸ਼ੈਂਟ ਨੂੰ
ਜਿਹੜਾ ਆ ਰਿਹਾ ਹੈ, ਉਹ ਪਤਾ ਨਹੀਂ ਕਿਹੜੀ ਮੁਸੀਬਤ 'ਚ ਆ ਰਿਹਾ, ਕਿਵੇਂ ਪੈਸੇ ਲੈ ਕੇ ਆ ਰਿਹਾ, ਇਹ ਉਹਨੂੰ ਦਿਓ। ਫੀਸ ਚੁੱਕ ਕੇ 500 ਤੋਂ 100 ਕਰਤੀ। ਬੱਲੇ ਬੱਲੇ 5 ਗੁਣਾ ਘੱਟ ਇਕੱਠੀ ਮੈਂ ਇਹ ਵੀ 100 ਸ਼ਾਇਦ ਬੰਦ ਕਰ ਦਿਆਂ। ਵੱਧਦੇ ਤੁਸੀਂ ਪਛਾਣੋਂ ਆ ਰਹੇ ਹੋ। ਪਛਾਣੋਂ ਆ ਗਿਆ। ਮੈਂ ਬਹੁਤ ਮਹਿੰਗਾ ਡਾਕਟਰ ਸੀ, ਲੇਕਿਨ ਉਹਦੇ ਲਈ ਸਿਰਫ ਮਹਿੰਗਾ ਸੀ ਜਿਹੜਾ ਦੇ ਸਕਦਾ ਸੀ, ਜਿਹੜਾ ਨਹੀਂ ਦੇ ਸਕਦਾ ਉਹਨੂੰ ਉਦੋਂ ਵੀ ਫ੍ਰੀ ਸੀ। ਹੁਣ ਵੀ ਕੋਈ ਆ ਕੇ ਕਹਿ ਦੇਵੇ ਨਾ, ਮੈਨੂੰ ਪਤਾ ਲੱਗ ਜਾਂਦਾ ਕਿ ਉਹ ਸਹੀ ਕਹਿ ਰਿਹਾ ਕਿ ਗਲਤ ਕਹਿ ਰਿਹਾ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਕਾਫੀ ਕੁਝ ਸਵਾਲ ਆਏ ਵੀ ਤੁਹਾਡੇ ਨਾਲ ਸੰਪਰਕ ਕਿੱਦਾਂ ਕੀਤਾ ਜਾ ਸਕੇ ਜਾਂ ਗੱਲਬਾਤ ਕਿਵੇਂ ਕੀਤੀ ਜਾ ਸਕੇ, ਉਹ ਬੈਸਟ ਤਰੀਕਾ ਕੀ ਹੈ ਜੀ ਤੁਹਾਡੇ ਤੱਕ ਰੀਚ ਆਊਟ ਕਰਨ ਦਾ? ਹੁਣ ਤੁਸੀਂ ਦੇਖੋ ਕਿ ਫੀਸ ਜਦੋਂ 500 ਤੋਂ 100 ਕੀਤੀ ਤੇ ਮੈਨੂੰ ਜ਼ਾਹਿਰ ਹੈ EMPLOYE ਵੀ ਘਟਾਣੇ ਪਏ। ਉਹ ਜਿਹੜੇ ਫੋਨਸ ਹੁੰਦੇ ਸੀਗੇ ਉਹ ਅਕਸਰ ਹੁਣ ਉਹ ਫੋਨਾਂ ਵਾਲਿਆਂ ਦੀ ਤਨਖਾਹਾਂ ਤੇ ਨਹੀਂ ਨਾ $100 ਚ ਨਿਕਲ ਸਕਦੀਆਂ। ਫੋਨ ਮੈਂ ਆਪਣੇ ਕੋਲੇ ਮੋਸਟ ਆਫ ਦੀ ਟਾਈਮ ਰੱਖ ਲਿਆ। ਯਾਨੀ ਜਦੋਂ ਉਹ ਕੁੜੀ ਦੀ ਜੌਬ ਹੁੰਦੀ ਹੈ ਉਦੋਂ ਉਹਦੇ ਕੋਲੇ ਹੁੰਦਾ, ਤੇ ਜਦੋਂ ਸ਼ਾਮ ਨੂੰ ਚਲੀ ਜਾਂਦੀ ਉਹ ਮੇਰੇ ਕੋਲ ਫਾਰਵਰਡ ਹੋ ਜਾਂਦਾ ਮੇਰੇ ਫੋਨ ਤੇ। ਲੋਕਾਂ ਨੂੰ ਤੇ ਨਹੀਂ ਨਾ ਪਤਾ ਕਿ ਉੱਥੇ ਕੀ ਟਾਈਮ ਹੋਇਆ, ਵੈਨਕੂਵਰ ਕੀ ਟਾਈਮ ਹੋਇਆ, ਜਾਂ ਉਹ ਕਰ ਰਹੇ ਨੇ ਇੰਡੀਆ ਤੋਂ ਜਾਂ ਉਹ ਕਰ ਰਹੇ ਨੇ ਆਸਟ੍ਰੇਲੀਆ ਤੋਂ। ਉਹਨਾਂ ਦਾ ਸਾਡਾ ਟਾਈਮ ਦਾ ਬਹੁਤ ਡਿਫਰੈਂਸ ਹੈ। ਫਿਰ ਉਹ ਸਮਝਦੇ ਨੇ ਕਿ ਅਸੀਂ ਹੁਣ ਫੋਨ ਕਰਾਂਗੇ ਤੇ ਜੇ ਅਟੈਂਡ ਹੋ ਗਿਆ ਤੇ ਅਸੀਂ ਹੁਣੇ ਹੀ ਪੂਰੀ ਗੱਲ ਕਰ ਲਾਂਗੇ। ਓਬਵੀਅਸਲੀ ਫੋਨ ਤੇ ਫੋਨ ਆ ਰਹੇ ਹੁੰਦੇ, ਫੋਨ ਤੇ ਜਦੋਂ ਤੱਕ ਮੈਂ ਜਾਗ ਰਿਹਾ ਉਦੋਂ ਤੱਕ ਤੇ ਮੈਂ ਸੁਣਨਾ। ਮੈਂ ਫਿਰ ਉਹਨਾਂ ਨੂੰ ਇਹ ਕਹਿਣਾ ਕਿ ਤੁਸੀਂ ਪਲੀਜ਼ ਇਸ ਤਰ੍ਹਾਂ ਕਰੋ ਕਿ ਇੱਕ ਟਾਈਮ ਲੈ ਲਓ ਮੇਰੇ ਕੋਲੋਂ। ਉਸ ਟਾਈਮ ਤੇ ਫਿਰ ਮੈਂ ਕਿਸੇ ਹੋਰ ਦਾ ਫੋਨ ਨਹੀਂ ਸੁਣਾਂਗਾ। ਉਸ ਟਾਈਮ ਤੇ ਫਿਰ ਉਹ ਕੁੜੀ ਉਹ ਫੋਨ ਕਲੀਨਿਕ ਵਾਲਾ ਸੁਣੇਗੀ ਤੇ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਅੱਛਾ, ਉਹ ਫਿਰ ਇਹਨਾਂ ਦਾ ਤਰੀਕਾਕਾਰ ਇਹ ਹੈ ਕਿ ਤੁਸੀਂ ਬੈਟਰ ਹੈ ਕਿ ਜਦੋਂ ਵੀ ਫੋਨ ਕਰੋ ਤੁਸੀਂ ਇਹ ਪੁੱਛੋ ਕਿ ਡਾਕਟਰ ਸਾਹਿਬ ਮੈਨੂੰ ਅਪੁਆਇੰਟਮੈਂਟ ਦੇ ਦਿਓ, ਮੈਨੂੰ ਟਾਈਮ ਦੇ ਦਿਓ ਟੈਲੀਫੋਨ ਤੇ, ਮੈਂ ਤੁਹਾਡੇ ਨਾਲ 10 ਮਿੰਟ ਗੱਲ ਕਰਨੀ। ਹੁਣ ਨੱਸਦਿਆਂ ਭੱਜਦਿਆਂ ਤੇ ਇੰਝ ਹੀ ਗੱਲ ਹੋਏਗੀ ਨਾ, ਤੁਸੀਂ ਕਹੋਗੇ ਮੈਨੂੰ ਸ਼ੂਗਰ ਹੈ, ਮੈਨੂੰ ਇਹ ਵਾ, ਮੈਨੂੰ ਇਹ ਵਾ, ਮੈਂ ਉਹ ਕਹਾਂਗਾ ਅੱਛਾ ਚਲੋ ਕੋਈ ਨਹੀਂ, ਕਰਦੇ ਦਵਾਈ ਦਿੰਦੇ ਕਰਦੇ। ਲੇਕਿਨ ਅਸਲ ਗੱਲ ਤੇ ਨਹੀਂ ਪਤਾ ਲੱਗੀ ਕਿ ਕਿਉਂ ਹੈ ਸ਼ੂਗਰ। ਸ਼ੂਗਰ ਦੀ ਤੁਸੀਂ ਰੂਟ ਕਾਜ਼ ਨੂੰ ਜਦੋਂ ਤੱਕ ਐਨਾਲਾਈਜ਼ ਨਹੀਂ ਕਰਦੇ ਸ਼ੂਗਰ ਠੀਕ ਨਹੀਂ ਹੋ ਸਕਦੀ। ਇੱਕ ਤੇ ਰੂਟ ਕਾਜ਼ ਆਪਾਂ ਦੱਸੀ ਸੀ ਬੀਟਾ ਸੈਲਸ, ਇੱਕ ਰੂਟ ਕਾਜ਼ ਪਿੱਛੇ ਵੀ ਹੁੰਦੀ ਹੈ ਕਿ ਕਿਆ ਤੁਹਾਨੂੰ ਕੋਈ ਸਟ੍ਰੈਸ ਐਸਾ ਆਇਆ ਜਿਸ ਦਿਨ ਤੁਹਾਨੂੰ ਸ਼ੂਗਰ ਹੋਈ, ਉਸ ਤੋਂ ਪਿਛਲੇ ਮਹੀਨੇ ਜਾਂ ਪਿਛਲੇ ਦਿਨ ਜਾਂ ਪਿਛਲੇ ਹਫਤੇ ਜਾਂ ਪਿਛਲੇ ਸਾਲ ਤੁਸੀਂ ਕੰਟੀਨਿਊਸ ਡਿਪਰੈਸ਼ਨ 'ਚ ਸੀਗੇ ਜਿਹਦੀ ਵਜ੍ਹਾ ਤੋਂ ਤੁਹਾਨੂੰ ਸ਼ੂਗਰ ਹੋਈ। ਜਿਵੇਂ ਆਪਾਂ ਡਿਸਕਸ ਕੀਤਾ ਸੀ ਕਿ ਸ਼ੂਗਰ ਦਾ 65% ਜਿਹੜਾ ਹੈ ਉਹ ਡਿਪਰੈਸ਼ਨ ਦਾ ਸ਼ੇਅਰ ਹੈ ਸ਼ੂਗਰ ਹੋਣ 'ਚ, ਜਾਂ ਸਟ੍ਰੈਸ ਦਾ ਜਾਂ ਟੈਨਸ਼ਨ ਦਾ ਸ਼ੇਅਰ ਹੈ। ਕਿਆ ਤੁਹਾਨੂੰ ਉਹ ਤੁਹਾਡੀ ਰੂਟ ਕਾਜ਼ ਕੱਢਣੀ ਹੈ। ਮੈਂ ਜਦੋਂ ਤੁਹਾਡੀ ਉਹ ਵਾਲੀ ਰੂਟ ਕਾਜ਼ ਕਰ ਲਈ, ਕਿਆ ਤੁਹਾਡਾ ਕਿਡਨੀ ਵੀਕ ਸੀਗਾ ਜਿਹਨੇ ਤੁਹਾਨੂੰ ਸ਼ੂਗਰ ਕਾਜ਼ ਕੀਤੀ, ਤੁਹਾਡੇ ਪੈਂਕਰੀਆਸ ਨੂੰ ਵੀਕ ਕਰਤਾ, ਕਿਆ ਤੁਹਾਡਾ ਕੋਲੈਸਟਰੋਲ ਹਾਈ ਸੀ ਬਲੱਡ 'ਚ, ਕਿਆ ਤੁਹਾਡੀ ਕੋਈ ਹੋਰ ਗੱਲ ਸੀ, ਕਿਆ ਤੁਹਾਨੂੰ ਕੋਈ ਝਟਕਾ ਲੱਗਿਆ ਪਰੇਸ਼ਾਨੀ ਦਾ, ਜਾਂ ਵਗੈਰਾ ਵਗੈਰਾ ਵਗੈਰਾ। ਕੋਈ ਕਿੰਨਾ ਕੁ ਸਮਾਂ ਚਾਹੀਦਾ ਹੁੰਦਾ ਇੱਕ ਪੇਸ਼ੈਂਟ ਦੀ ਗੱਲ ਸਮਝਣ ਨੂੰ? ਮੈਨੂੰ ਤਾਂ ਖੈਰ 1 ਮਿੰਟ ਹੀ ਲੱਗਦਾ। ਅੱਛਾ, ਉਹ ਇਸ ਤੋਂ 1 ਮਿੰਟ ਲੱਗਦਾ ਕਿ ਕਈ ਵਾਰੀ ਪੇਸ਼ੈਂਟ ਸਾਹਮਣੇ ਆ ਕੇ ਬੈਠਦਾ, ਉਹ ਗੱਲ ਨਹੀਂ ਦੱਸਦਾ ਜਿਹੜੀ ਐਕਚੁਅਲੀ ਮੈਨੂੰ ਸਮਝ ਆ ਗਈ ਹੁੰਦੀ ਹੈ। ਮੈਂ ਉਹ ਥੱਲੇ ਲਿਖ ਲੈਣਾ। ਉਸ ਤੋਂ ਬਾਅਦ ਜਦੋਂ ਸਾਰੀ ਗੱਲ ਸੁਣਾ ਲੈਂਦਾ ਮੈਂ ਉਹਨੂੰ ਐਂਡ ਤੇ ਪੁੱਛਦਾ ਤੈਨੂੰ ਇਹ ਵੀ ਹੈ ਮਸਲਾ? ਉਹ ਕਹਿੰਦਾ ਹਾਂ ਹੈ, ਇਹ ਤਾਂ ਮੈਂ ਭੁੱਲ ਗਿਆ ਸੀ ਦੱਸਣਾ। ਉਹ ਸਮ ਟਾਈਮ ਅੱਖਾਂ ਪੜ੍ਹ ਕੇ ਕਈ ਵਾਰੀ ਐਸਾ ਹੁੰਦਾ ਕਿ ਪੇਸ਼ੈਂਟ ਆ ਕੇ ਮੇਰੇ ਕੋਲ ਬੈਠਦਾ ਤੇ ਮੇਰੇ ਦਿਮਾਗ 'ਚ ਰੱਬ ਪਾ ਦਿੰਦਾ ਕਿ ਇਹਦੀ ਇਹ ਮਰਜ਼ ਹੈ ਤੇ ਇਹ ਦਵਾਈ ਹੈ। ਮੈਂ ਕਈ ਵਾਰੀ ਉਹਦੇ ਬੋਲਣ ਤੋਂ ਪਹਿਲਾਂ ਲਿਖ ਲੈਣਾ। ਹੁਣ ਉਹ ਜਿਹੜੇ ਲੋਕ ਰੱਖੇ ਨਾ ਕਲੀਨਿਕ ਤੇ ਜਿਹੜੇ ਕੰਮ ਕਰਦੇ ਆ ਕੁੜੀਆਂ, ਉਹ ਅਕਸਰ ਦੇਖਦੀਆਂ ਕਿ ਬੰਦਾ ਆ ਕੇ ਬੈਠਾ ਤੇ ਇਹਨੇ ਇਹਦੀ ਦਵਾਈ ਲਿਖ ਲਈ ਹੈ। ਅੱਛਾ, ਉਹ ਪਿੱਛੇ ਦੇਖ ਰਹੀਆਂ ਹੁੰਦੀਆਂ ਨਾ, ਉਹ ਦੇਖਦੀਆਂ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ, ਤੇ ਜਦੋਂ ਉਹ ਦੱਸਦਾ ਤੇ ਉਹ ਹੀ ਹੁੰਦੀ ਹੈ ਦਵਾਈ ਉਹਦੀ ਬਣਦੀ। ਇਹ ਉੱਪਰੋਂ ਹੈ ਸਾਰਾ ਕਨੈਕਸ਼ਨ। ਜਦੋਂ ਤੁਸੀਂ ਦਿਲ ਤੋਂ ਕੰਮ ਕਰਦੇ ਹੋ ਨਾ ਕੋਈ, ਜਦੋਂ ਤੁਸੀਂ ਜ਼ਾਹਰੀ ਫਾਇਦੇ ਲਈ ਕੰਮ ਨਹੀਂ ਕਰ ਰਹੇ, ਤੁਸੀਂ ਆਪਣੇ ਦਿਲ ਨਾਲ ਕੰਮ ਕਰਦੇ ਹੋ। ਉਹ ਕਿਵੇਂ ਹੈ ਕਿ ਬਾਤ ਜੋ ਦਿਲ ਸੇ ਨਿਕਲਤੀ ਹੈ ਉਹ ਅਸਰ ਰੱਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰੱਖਤੀ ਹੈ। ਤੇ ਜਦੋਂ ਤੁਸੀਂ ਦਿਲ ਤੋਂ ਕਿਸੇ ਬੰਦੇ ਨੂੰ ਠੀਕ ਕਰਨਾ ਚਾਹੋ ਤੇ ਉਹ ਵੀ ਵੇਵਸ ਨਿਕਲਦੀਆਂ ਨੇ ਤੁਹਾਡੀਆਂ ਪੋਜ਼ਿਟਿਵ ਵੇਵਸ, ਉਹਦੀਆਂ ਬਿਮਾਰੀ ਦੀਆਂ ਨੈਗੇਟਿਵ ਵੇਵਸ ਨੂੰ ਜਾ ਕੇ ਉਹ ਮਾਈਨਸ ਕਰ ਦਿੰਦੀਆਂ ਨੇ। ਤੇ ਉਹ ਅਗਰ ਤੁਹਾਡੀਆਂ ਪੋਜ਼ਿਟਿਵ ਵੇਵਸ ਸਟਰੋਂਗ ਨੇ ਤੇ ਉਹਦੀ ਬਿਮਾਰੀ ਨੂੰ ਉਸੇ ਟਾਈਮ ਹੀ ਕਿਉਰ ਕਰਨਾ ਸ਼ੁਰੂ ਕਰ ਦਿੰਦੇ ਆ। ਤੁਸੀਂ ਅਕਸਰ ਸੁਣਿਆ ਹੋਣਾ, ਲੋਕ ਕਹਿੰਦੇ ਨੇ ਤੁਹਾਡੇ ਕੋਲ ਆ ਕੇ ਬੈਠੇ ਆ ਤੇ ਸਾਨੂੰ ਸਕੂਨ ਆਉਣਾ ਸ਼ੁਰੂ ਹੋ ਗਿਆ। ਉਹ ਕਿਵੇਂ ਆਉਂਦਾ? ਉਹ ਵੀ ਇੱਕ ਸਾਇੰਸ ਹੈ। ਤੁਹਾਡੀਆਂ ਪੋਜ਼ਿਟਿਵ ਵੇਵਸ ਨੇ ਉਹਦੀਆਂ ਨੈਗੇਟਿਵ ਵੇਵਸ ਨੂੰ ਨਿਗੇਟ ਕਰਤਾ, ਮਾਈਨਸ ਕਰਤਾ ਕਿਸੇ ਪਰਸੈਂਟੇਜ ਤੱਕ, 10%, 5%, 20%, ਉਹਨਾਂ ਉਹਨੂੰ ਫਾਇਦਾ ਫੀਲ ਹੋਇਆ। ਬਿਲਕੁਲ ਦਿਮਾਗ ਨੂੰ ਜਾਂ ਜਿਸਮ ਨੂੰ, ਜਿਹੜੀ ਵੀ ਚੀਜ਼ ਨੂੰ। ਤੇ ਉਹ ਤੁਸੀਂ ਜਦੋਂ ਦਿਲ ਨਾਲ ਕੰਮ ਕਰੋਗੇ, ਪੈਸੇ ਲਈ ਕੰਮ ਨਹੀਂ ਕਰੋਗੇ, ਤੇ ਓਬਵੀਅਸਲੀ ਅਸਰ ਹੋਏਗਾ। ਅਕਸਰ ਲੋਕ ਆ ਕੇ ਕਹਿੰਦੇ ਨੇ ਡਾਕਟਰ ਸਾਹਿਬ ਤੁਹਾਡੇ ਹੱਥ 'ਚ ਬਹੁਤ ਸ਼ਫਾ ਹੈ। ਮੈਂ ਕਹਿੰਦਾ ਮੇਰੇ ਹੱਥ 'ਚ ਕਿਹੜੀ ਸ਼ਫਾ ਹੈ? ਇਹ ਤਾਂ ਸਾਰੀ ਸ਼ਫਾ ਉੱਤੋਂ ਆਉਂਦੀ ਹੈ ਤੇ ਉਹ ਉਹਨੂੰ ਦਿੰਦਾ ਜਿਹੜਾ ਦਿਲ ਨਾਲ ਕੰਮ ਕਰਦਾ, ਜਿਹੜਾ ਕਿਸੇ ਲਈ ਸੋਚਦਾ।
ਜਦੋਂ ਮੈਂ ਆਪਣੀ ਜ਼ਾਤ ਨੂੰ ਵਿੱਚੋਂ ਨਹੀਂ ਕੱਢਾਂਗਾ, ਮੈਂ ਜਦੋਂ ਤੱਕ ਨਹੀਂ ਨਿਕਲੇਗੀ ਉਦੋਂ ਤੱਕ ਤੂੰ ਨਹੀਂ ਆਏਗਾ। ਮੈਂ ਕਰਦੀ ਤੇ ਬੱਕਰੀ ਜ਼ਿਬਾ ਹੋ ਜਾਂਦੀ ਹੈ। ਤੇ ਜਦੋਂ ਤੱਕ ਮੈਂ ਸਾਡੇ ਅੰਦਰ ਆਣਾ, ਤੂੰ ਨਹੀਂ, ਉਹਨੇ ਨਹੀਂ ਵਿੱਚ ਆਣਾ ਤੁਹਾਡੇ। ਮੈਂ ਨੂੰ ਬਾਹਰ ਕੱਢ ਦਿਓ ਤੇ ਫਿਰ ਸਭ ਕੁਝ ਤੂੰ ਹੀ ਤੂੰ ਹੈ। ਕਹਿੰਦਾ ਮੈਂ ਨਹੀਂ, ਸਭ ਤੂੰ। ਮੈਂ ਨਹੀਂ, ਮੈਂ ਜ਼ੀਰੋ, ਮੈਂ ਕੁਛ ਨਹੀਂ, ਸਭ ਤੂੰ। ਦੁਨੀਆ ਵੀ ਤੂੰ, ਆਖਰ ਵੀ ਤੂੰ, ਮੇਰਾ ਹੱਸਣਾ ਵੀ ਤੂੰ, ਮੇਰਾ ਖੇਡਣਾ ਵੀ ਤੂੰ। ਤੇ ਜਦੋਂ ਉਹ ਆ ਜਾਂਦਾ ਨਾ ਤੁਹਾਡੇ ਵਿੱਚ, ਫਿਰ ਤੁਹਾਨੂੰ ਹਰ ਸ਼ਾਇਦ ਪਹਿਲਾਂ ਪਤਾ ਲੱਗਣੀ ਸ਼ੁਰੂ ਹੋ ਜਾਂਦੀ ਹੈ। ਅੱਛਾ ਡਾਕਟਰ ਸਾਹਿਬ, ਹੁਣ ਇਹ ਡਾਇਬਟੀਜ਼ ਦੀ ਅਸੀਂ ਜਿੰਨੀ ਵੀ ਹੁਣ ਤੱਕ ਡਿਟੇਲ ਗੱਲ ਕੀਤੀ, ਅਸੀਂ ਕਿੰਨੇ ਤਰੀਕੇ ਦੀ ਹੁੰਦੀ ਆ, ਦਾ ਕਿਵੇਂ ਹੱਲ ਕੀਤਾ ਜਾ ਸਕਦਾ, ਉਹ ਵੇਰੀਅਸ ਚੀਜ਼ਾਂ ਤੇ ਆਉਣਾ। ਅੱਛਾ, ਕੁਝ ਸਵਾਲ ਸੀਗੇ ਜਿਹੜੇ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਏ, ਆਪਾਂ ਪਹਿਲਾਂ ਉਹਨਾਂ ਦੀ ਮਾੜੀ ਜੀ ਗੱਲ ਕਰ ਲਈ। ਉਹਦੇ ਵਿੱਚ ਮੋਟੀ ਜੀ ਗੱਲ ਇਹ ਕਿਹੜੀ ਕਈਆਂ ਨੇ ਸ਼ੰਕਾ ਪ੍ਰਗਟਾਈ ਵੀ ਇਦਾਂ ਕਿੱਦਾਂ ਹੋ ਸਕਦਾ। ਉਹ 100% ਕਈ ਵਾਰੀ ਗੱਲ ਤੁਸੀਂ ਜਿਵੇਂ ਬਹੁਤ ਸੌਖੀ ਜੀ ਬਣਾ ਕੇ ਦੱਸ ਦਿੰਦੇ ਹੋ, ਉਹਨੂੰ ਆਪਣੇ ਮੰਨਣ 'ਚ ਵੀ ਨਹੀਂ ਆਉਂਦੀ ਆਮ ਬੰਦੇ ਦੇ, ਕਿਉਂਕਿ ਅਸੀਂ ਤੁਹਾਡੇ ਨਜ਼ਰੀਏ ਨਾਲ ਚੀਜ਼ ਨੂੰ ਦੇਖਿਆ ਨਹੀਂ, ਸਾਡਾ ਤਜਰਬਾ ਨਹੀਂ। ਫਿਰ ਹੁੰਦਾ ਵੀ ਯਾਰ ਇੰਨਾ ਸੌਖਾ ਥੋੜਾ, ਲੋਕ ਜੇ ਇੰਨਾ ਸੌਖਾ ਹੋਏ ਤੇ ਕਰੋੜਾਂ ਲੋਕ ਇਸ ਚੀਜ਼ ਨਾਲ ਪੀੜਤ ਕਿਉਂ ਹੋਣ। ਉਹ ਸ਼ੰਕਾ ਬਾਰੇ ਕੀ ਖਿਆਲ ਆ? ਸਮ ਟਾਈਮ ਕੋਈ ਚੀਜ਼ ਕਿਸੇ ਲਈ ਰੱਬ ਆਸਾਨ ਕਰ ਦਿੰਦਾ। ਇਹਦਾ ਹੁਣ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਦਾ, ਮੈਂ ਮੁਸ਼ਕਲ ਕਰਕੇ ਵੀ ਦੱਸ ਸਕਦਾ ਗੱਲ। ਜਿੰਨੀਆਂ ਮੈਂ ਡਿਗਰੀਆਂ ਕੀਤੀਆਂ ਇਕੱਠੀਆਂ, ਜਿੰਨਾ ਮੈਂ ਪੜ੍ਹਿਆ, ਉਹ ਸਾਰੀ ਟੈਕਨੀਕਲ ਆਪਾਂ ਇੱਥੇ ਲੈਂਗੁਏਜ 'ਚ ਡਿਸਕਸ ਕਰੀਏ ਤੇ ਕਿਸੇ ਨੂੰ ਸਮਝ ਹੀ ਨਹੀਂ ਆਣੀ, ਕਿਸੇ ਦੇ ਪੱਲੇ ਹੀ ਨਹੀਂ ਪੈਣੀ। ਉਹਦਾ ਫਾਇਦਾ ਕੀ? ਮਕਸਦ ਇੱਥੇ ਆਉਂਦਾ ਹੈ ਕਿ ਕਿਸੇ ਗਰੀਬ ਦਾ ਭਲਾ ਹੋ ਜਾਏ, ਕੋਈ ਗੱਲ ਸੁਣ ਕੇ ਸਾਡੇ ਤੋਂ ਉਹਦੇ ਤੇ ਅਮਲ ਕਰ ਲੇ ਤੇ ਉਹਦੇ ਲਈ ਆਸਾਨੀ ਹੋ ਜਾਏ, ਉਹਦੀ ਉਹ ਬਿਮਾਰੀ 'ਚ ਉਹਨੂੰ ਰਿਲੀਫ ਮਿਲ ਜਾਏ। ਇਸ ਲਈ ਮੈਂ ਬਹੁਤ ਜ਼ਿਆਦਾ ਆਸਾਨ ਕਰਕੇ ਗੱਲ ਸਮਝਾਉਣਾ। ਜਦੋਂ ਮੈਂ ਬਹੁਤ ਜ਼ਿਆਦਾ ਆਸਾਨ ਕਰਕੇ ਗੱਲ ਸਮਝਾਉਂਦਾ ਨਾ, ਤੇ ਲੋਕ ਸਮਝਦੇ ਨੇ ਕਿ ਸ਼ਾਇਦ ਇਸ ਡਾਕਟਰ ਨੂੰ ਕੁਛ ਨਹੀਂ ਆਉਂਦਾ ਜਾਂਦਾ, ਇਹ ਕਹਾਣੀਆਂ ਸੁਣਾ ਰਿਹਾ। ਉਹ ਕਹਾਣੀ ਤੁਹਾਡੇ ਲਈ ਇਸ ਲਈ ਬਣਾ ਕੇ ਸੁਣਾ ਰਿਹਾ ਕਿ ਤੁਹਾਨੂੰ ਸਮਝ ਆ ਜਾਏ। ਅਗਰ 1% ਲੋਕ ਬਹੁਤ ਜ਼ਿਆਦਾ ਪੜ੍ਹੇ ਹੋਏ ਨੇ ਤੇ ਆਪਣੇ ਤੇ ਆਡੀਅנס 99% ਵੀ ਹੈ ਨਾ, ਉਹ 1% ਨਹੀਂ ਹੈ ਨਾ। ਉਹ 1% ਨੂੰ ਜਦੋਂ ਅਸੀਂ ਸਮਝਾਵਾਂਗੇ ਤੇ ਉਹਨਾਂ ਨੂੰ ਸਾਡੀ ਗੱਲ ਸਮਝ ਨਹੀਂ ਆਣੀ, ਉਹਨਾਂ ਨੂੰ ਵੀ ਨਹੀਂ ਆਣੀ। ਟੈਕਨੀਕਲ ਚੀਜ਼ ਹੈ। ਮੈਂ ਆਸਾਨ ਕਰਕੇ ਇਸ ਲਈ ਸਮਝਾਉਣਾ ਕਿ ਹਰ ਬੰਦਾ ਇਹਦੇ ਤੇ ਅਮਲ ਕਰ ਲੇ। ਹੁਣ ਡਿਪਰੈਸ਼ਨ ਦਾ ਜਿਵੇਂ ਆਪਾਂ ਦੱਸਿਆ, ਤੇ ਹਰ ਬੰਦੇ ਨੂੰ ਚਾਹੀਦਾ ਉਹ ਡਿਪਰੈਸ਼ਨ ਔਰ ਸਟ੍ਰੈਸ ਤੋਂ ਬਚਣ ਦੀ ਕੋਸ਼ਿਸ਼ ਕਰੇ। ਜਿੰਨਾ ਬਚੇਗਾ, ਜਿੰਨਾ ਲਾਫਿੰਗ ਥੈਰੇਪੀ ਕਰੇਗਾ, ਹੱਸੇਗਾ, ਖੇਲੇਗਾ, ਓਨਾ ਹੀ ਜ਼ਿਆਦਾ ਉਹ ਡਿਪਰੈਸ਼ਨ ਉਹਦਾ ਰਿਡਿਊਸ ਹੋਏਗਾ। ਤੁਸੀਂ ਦੇਖੋ, ਅਕਸਰ ਕਿਹਾ ਜਾਂਦਾ ਹੈ ਕਿ ਡਿਪਰੈਸ਼ਨ ਹੋਵੇ ਤੁਹਾਨੂੰ ਤੇ ਗਾਰਡਨਿੰਗ ਸ਼ੁਰੂ ਕਰ ਦਿਓ। ਹਾਂਜੀ, ਬੱਚਿਆਂ ਨਾਲ ਖੇਲਣਾ ਸ਼ੁਰੂ ਕਰ ਦਿਓ। ਬੱਚਿਆਂ ਨੂੰ ਤੁਸੀਂ ਥੱਪੜ ਮਾਰੋ, ਉਹ 2-3 ਮਿੰਟ ਰੋਏਗਾ, 5 ਮਿੰਟ ਰੋਏਗਾ, ਉਹ ਥੋੜੀ ਦੇਰ ਬਾਅਦ ਉਸੇ ਜਗ੍ਹਾ ਤੇ ਫਿਰ ਉਵੇਂ ਹੀ ਖੇਲ ਰਿਹਾ ਹੋਏਗਾ। ਉਹਨੂੰ ਪਤਾ ਹੀ ਨਹੀਂ ਹੁੰਦਾ ਕਿ ਮੈਨੂੰ ਥੱਪੜ ਪਿਆ ਸੀ ਉਹਨੇ। ਬੱਚੇ ਵਾਲਾ ਡਿਪਰੈਸ਼ਨ ਤੁਹਾਨੂੰ ਮਿਲੇ, ਉਹਨੂੰ ਹੁੰਦਾ ਹੀ ਨਹੀਂ ਡਿਪਰੈਸ਼ਨ। ਤੁਸੀਂ ਬੱਚੇ ਨਾਲ ਖੇਲੋਗੇ ਤੇ ਤੁਹਾਨੂੰ ਵੀ ਨਹੀਂ ਹੋਏਗਾ, ਤੁਹਾਡਾ ਡਿਪਰੈਸ਼ਨ ਲੋ ਹੋਏਗਾ। ਤੁਸੀਂ ਬਾਹਰ ਜਾ ਕੇ ਗਮਲਿਆਂ 'ਚ ਫੁੱਲ ਲਾਓ, ਫੁੱਲ ਉਗਾਓ, ਪੌਦੇ ਲਾਓ, ਗਾਰਡਨਿੰਗ ਕਰੋ, ਦਰਖਤਾਂ 'ਚ ਫਿਰੋ। ਨੇਚਰ ਦੇ ਜਿੰਨਾ ਕਰੀਬ ਰਹੋਗੇ ਤੁਸੀਂ ਓਨਾ ਪਰੇਸ਼ਾਨੀਆਂ ਤੋਂ ਦੂਰ ਰਹੋਗੇ। ਇਹ ਆਸਾਨ ਗੱਲ ਕਰਕੇ ਸਮਝਾ ਰਹੇ ਹਾਂ। ਇਸ ਲਈ ਸਮਝਾ ਰਹੇ ਹਾਂ ਕਿ ਜਿਹੜੇ ਸਾਡੇ 99% ਆਡੀਅנס ਹੈ, ਉਹਨਾਂ ਨੂੰ ਗੱਲ ਔਖੀ ਸਮਝ ਨਹੀਂ ਆਉਂਦੀ, ਉਹਨਾਂ ਨੂੰ ਸੌਖੀ ਕਰਕੇ ਸਮਝਾਓ ਤਾਂ ਕਿ ਉਹਨਾਂ ਦੇ ਦਿਲ 'ਚ ਉਤਰੇ ਗੱਲ, ਉਹਨਾਂ ਨੂੰ ਦਿਮਾਗ ਔਰ ਦਿਲ ਉਹਨੂੰ ਤਸਲੀਮ ਕਰਨ। ਹੁਣ ਜਿੱਥੋਂ ਤੱਕ ਹੈ ਸ਼ੂਗਰ ਦੀ ਗੱਲ, ਸ਼ੂਗਰ ਦੀ ਮੁਸ਼ਕਲ ਗੱਲ ਇਹ ਹੈ ਕਿ ਸ਼ੂਗਰ ਇੱਕ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਮੈਲਾਈਟਿਸ ਹੁੰਦੀ ਹੈ, ਇੱਕ ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਮੈਲਾਈਟਿਸ ਹੁੰਦੀ ਹੈ, ਇੱਕ ਜੁਵੇਨਾਈਲ ਹੁੰਦੀ ਹੈ। ਉਹਨੇ ਤੁਹਾਨੂੰ ਸਮਝ ਆਈ ਗੱਲ? ਇਹ ਮੁਸ਼ਕਲ ਹੋ ਗਈ, ਔਖਾ ਹੋ ਗਿਆ ਨਾ। ਏਡਮ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਮੈਲਾਈਟਿਸ ਔਰ ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਮੈਲਾਈਟਿਸ ਨੇਡਮ। ਤੇ ਇੱਕ ਜੁਵੇਨਾਈਲ ਜਿਹੜੀ ਬਚਪਨ ਤੋਂ ਜਿਹੜੀ ਤੁਹਾਡੇ ਪ੍ਰੈਗਨੈਂਸੀ ਦੀ ਡਿਫਿਕਲਟੀਜ਼ ਜਿਹੜੀਆਂ ਆ ਜਾਂਦੀਆਂ ਜਾਂ ਕੋਈ ਕੰਪਲਿਕੇਸ਼ਨਸ ਹੋ ਜਾਂਦੀਆਂ, ਉਹਦੇ ਤੋਂ ਬੱਚੇ ਦੇ ਜੀਨਸ 'ਚ ਆਉਂਦੀ ਹੈ। ਅੱਛਾ। ਜਿਹੜੀ ਇਨਸੂਲਿਨ ਡਿਪੈਂਡੈਂਟ ਹੈ, ਜਿਹੜੀ ਉਹਨੂੰ ਕਹਿੰਦੇ ਨੇ ਟਾਈਪ 1। ਇਹਨੂੰ ਆਸਾਨ ਕਰਕੇ ਸਮਝਾਈਏ ਤੇ ਉਹ ਜਿਹਦੇ 'ਚ ਤੁਹਾਨੂੰ ਇਨਸੂਲਿਨ ਲਾਣੀ ਪੈਂਦੀ ਹੈ। ਅੱਛਾ। ਤੇ ਟਾਈਪ 2 ਜਿਹੜੀ ਨਾਨ ਇਨਸੂਲਿਨ ਡਿਪੈਂਡੈਂਟ ਡਾਇਬੀਟੀਜ਼ ਮੈਲਾਈਟਿਸ ਹੈ, ਉਹਦੇ 'ਚ ਤੁਹਾਨੂੰ ਇਨਸੂਲਿਨ ਨਹੀਂ ਲਾਣੀ ਪੈਂਦੀ, ਤੁਹਾਨੂੰ ਗੋਲੀਆਂ ਨਾਲ ਗੁਜ਼ਾਰਾ ਹੋ ਜਾਂਦਾ। ਲੇਕਿਨ ਜਿਹੜਾ ਸਾਡਾ ਦੂਸਰਾ ਸਿਸਟਮ ਆਫ ਟ੍ਰੀਟਮੈਂਟ ਹੈ, ਜਿਹਨੂੰ ਸਾਰੇ ਲੋਕ ਉਹਨੂੰ ਹੀ ਜਾਣਦੇ ਨੇ, ਇਹਨੂੰ ਤਾਂ ਜਾਣਦੇ ਹੀ ਨਹੀਂ ਨਾ, ਕਿਉਂਕਿ ਇਹਨੂੰ ਸਪਰੈਸ ਕੀਤਾ ਜਾਂਦਾ, ਇਹਨੂੰ ਦਬਾਇਆ ਜਾਂਦਾ ਵਿਲਫੁਲੀ ਕਿ ਇਹ ਲੋਕਾਂ ਤੱਕ ਨਾ ਪਹੁੰਚੇ। ਅਗਰ ਇਹ ਪਹੁੰਚੇਗਾ ਤੇ ਜਦੋਂ ਆਰਾਮ ਆਏਗਾ ਤਾਂ ਫਿਰ ਕੋਈ ਕਿਉਂ ਕਿਸੇ ਹੋਰ ਪਾਸੇ ਜਾਏਗਾ। ਉਹ ਸਿਸਟਮ ਨੂੰ ਲਏਗਾ, ਉਹ ਦਵਾਈ ਲਏਗਾ ਜਿੱਥੋਂ ਆਰਾਮ ਆਏਗਾ। ਇਸ ਲਈ ਇਹਨੂੰ ਸਪਰੈਸ ਕੀਤਾ ਜਾਂਦਾ, ਇਹਦੀ ਨੌਲੇਜ ਲੋਕਾਂ ਤੱਕ ਪਹੁੰਚਾਉਣ ਤੋਂ ਰੋਕਿਆ ਜਾਂਦਾ। ਉਹ ਲੋਕ ਵੀ ਇਸ ਸਿਸਟਮ ਤੇ ਕਮੈਂਟਸ ਕਰਦੇ ਨੇ ਜਿਨ੍ਹਾਂ ਨੇ ਇਹਨੂੰ ਪੜ੍ਹਿਆ ਹੀ ਨਹੀਂ। ਮੈਂ ਜਾਣਦਾ ਹੀ ਨਹੀਂ ਕਿ ਤੁਹਾਡਾ ਨਾਮ ਕੀ ਹੈ, ਤੇ ਮੈਂ ਕਹਿ ਦਿਆਂ ਤੁਹਾਡਾ ਤਾਂ ਨਾਮ ਹੀ ਬਹੁਤ ਬੁਰਾ,
ਬੁਰੀ ਗੱਲ ਹੈ ਨਾ। ਜਾਣ- ਜੇ ਮੈਂ ਤੁਹਾਨੂੰ ਜਾਣਨਾ ਹੈ, ਤੁਹਾਡੇ ਨਾਲ ਬਚਪਨ ਤੋਂ ਵਾਕਿਫ ਹੈ, ਸਾਲ ਤੋਂ ਵਾਕਿਫ ਹੈ, 2 ਸਾਲ ਤੋਂ ਵਾਕਿਫ ਹੈ, ਫਿਰ ਮੈਂ ਕਮੈਂਟ ਕਰ ਸਕਦਾ ਹਾਂ ਕਿ ਯੋਗਰਾਜ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਇਨਸਾਨ ਹੈ, ਅੱਛਾ ਇਨਸਾਨ ਹੈ ਜਾਂ ਬੁਰਾ ਇਨਸਾਨ ਹੈ। ਬਹੁਤ ਸਾਰੇ ਡਾਕਟਰਸ ਜਿਨ੍ਹਾਂ ਨੇ ਹੋਮਿਓਪੈਥੀ ਪੜ੍ਹੀ ਨਹੀਂ ਹੁੰਦੀ, ਉਹਨਾਂ ਕੋਲੇ ਪੇਸ਼ੈਂਟਸ ਜਾਂਦੇ, ਉਹ ਦੱਸਦੇ ਨੇ ਕਿ ਅਸੀਂ ਤਾਂ ਹੋਮਿਓਪੈਥਿਕ ਲਈ ਸੀ, ਅਸੀਂ ਠੀਕ ਹੋ ਗਏ। ਹੁਣ ਉਹ ਠੀਕ ਵੀ ਹੋ ਚੁੱਕੇ, ਇੱਕ ਉਹਨਾਂ ਕੋਲ ਐਕਸਪੀਰੀਅੰਸ ਵੀ ਮੌਜੂਦ ਹੈ। ਅੱਗੋਂ ਉਹਨਾਂ ਨੂੰ ਉਹ ਕੀ ਕਹਿੰਦੇ ਨੇ, ਨਾ 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 ਉਹ ਨਾ ਲੈਣਾ, ਉਹ ਤਾਂ ਤੁਸੀਂ ਮਰ ਜਾਓਗੇ। ਤੁਸੀਂ ਪੜ੍ਹਿਆ ਹੀ ਨਹੀਂ ਤਾਂ ਤੁਸੀਂ ਕਿਵੇਂ ਕਮੈਂਟ ਕਰ ਸਕਦੇ ਹੋ? ਜਦੋਂ ਵੀ ਤੁਸੀਂ ਕੋਈ ਹੋਮਿਓਪੈਥਿਕ ਦੇ ਬਾਰੇ 'ਚ ਇਸ ਤਰ੍ਹਾਂ ਕੋਈ ਗੱਲ ਕਰੇ ਜਾਂ ਨੈਚੁਰੋਪੈਥਿਕ ਦੇ ਬਾਰੇ 'ਚ ਕੋਈ ਡਾਕਟਰ ਬੋਲੇ, ਤੁਸੀਂ ਉਹਨੂੰ ਅਗਲਾ ਸਵਾਲ ਇਹ ਕਰੋ, ਡਾਕਟਰ ਸਾਹਿਬ ਤੁਹਾਡੀ ਇਹਦੇ 'ਚ ਕੀ ਕੁਆਲੀਫਿਕੇਸ਼ਨ ਹੈ, ਤੁਸੀਂ ਇਹ ਕਿੰਨਾ ਪੜ੍ਹਿਆ? ਜੇ ਉਹ ਦੱਸੇ ਕਿ ਮੈਂ ਹਾਂ ਪੜ੍ਹਿਆ, ਤਾਂ ਫਿਰ ਤੂੰ ਇਹਦੇ ਖਿਲਾਫ ਬੋਲ ਹੀ ਨਹੀਂ ਸਕਦਾ, ਕਿਉਂਕਿ ਇਹਦੇ 'ਚ ਮੈਂ ਲੋਕ ਕਨਫਿਊਜ਼ ਵੀ ਇਸੇ ਕਰਕੇ ਹੋ ਜਾਂਦੇ ਨੇ ਨਾ, ਕਿਉਂਕਿ ਜਿੰਨੇ ਮੂੰਹ ਉਨੀਆਂ ਕਈ ਇਹਦੀ ਗੱਲਾਂ ਸੁਣ ਲੈਂਦਾ ਬੰਦਾ, ਉਹਨੀਆਂ ਗੱਲਾਂ ਫਿਰ ਪਤਾ ਨਹੀਂ ਲੱਗਦਾ। ਆ ਹੁਣ ਤੁਸੀਂ ਪਾਣੀ ਵਾਲੀ ਗੱਲ ਸੀ ਕਰਦੇ ਸੀ, ਪਹਿਲਾਂ ਵੀ ਕੀਤੀ ਕਿ ਬਈ ਕੋਈ ਕਹਿੰਦਾ ਠੰਡਾ ਪਾਣੀ ਪੀਓ, ਕੋਈ ਕਹਿੰਦਾ ਗਰਮ ਪਾਣੀ ਪੀਓ, ਠੰਡਾ ਆ ਨੁਕਸਾਨ ਕਰਦਾ, ਗਰਮ ਆ ਨੁਕਸਾਨ ਕਰਦਾ। ਮੇਰੇ ਵਰਗਾ ਬੰਦਾ ਤੇ ਪਿਸ ਜਾਂਦਾ ਨਾ ਵਿੱਚ ਵੀ ਮੈਂ ਇਸ ਗਲੀ ਜਾਵਾਂਗਾ ਉਸ ਗਲੀ ਜਾਵਾਂਗਾ। ਗਰਮ ਪਾਣੀ ਪੀਣ ਦੀ ਤੁਹਾਨੂੰ ਅੱਜ ਇਹ ਤੁਹਾਡਾ ਨਾ ਇੱਕ ਮਿਥ ਹੈ, ਗਰਮ ਪਾਣੀ ਪੀਣਾ। ਇਹ ਕਿਸੇ ਨੇ YouTube ਤੇ, ਬਲਕਿ ਕਿਸੇ ਨੇ ਨਹੀਂ, ਕਾਫੀ ਸਾਰੇ ਲੋਕਾਂ ਨੇ ਫੈਲਾਇਆ ਹੋਇਆ ਹੈ। ਉਹ ਕਹਿੰਦੇ ਨੇ ਕਿ ਗਰਮ ਪਾਣੀ ਪੀਓ ਤੇ ਤੁਹਾਡੀ ਜਿੰਨੀ ਚਰਬੀ ਹੈ ਉਹ ਘੁਲ ਜਾਂਦੀ ਹੈ ਤੇ ਤੁਹਾਡਾ weight lose ਹੁੰਦਾ। ਟਰੂ, ਇਹਦੇ 'ਚ ਕੋਈ ਸ਼ੱਕ ਨਹੀਂ ਹੁੰਦਾ। ਜਦੋਂ ਤੁਸੀਂ ਗਰਮ ਪਾਣੀ ਦੇ ਵਿੱਚ ਚਰਬੀ ਸੁੱਟ ਦਿੰਦੇ ਹੋ ਤੇ ਉਹ ਹਲਕੀ ਹਲਕੀ ਪਿਘਲਣਾ ਸ਼ੁਰੂ ਹੋ ਜਾਂਦੀ ਹੈ। ਕੀ ਵਾਕਈ ਹੁੰਦਾ ਇਹਦੇ ਨਾਲ? ਸੁਣੋ ਨਾ, ਉਹ ਅੱਗੇ ਕਿਹਦੀ ਚਰਬੀ ਪਿਘਲਾਉਂਦੀ ਹੈ? ਪੇਟ ਦੀ ਚਰਬੀ ਤੇ ਉਹ ਬਾਅਦ 'ਚ ਪਿਘਲਾਉਂਦੀ ਹੈ। ਪਹਿਲਾਂ ਉਹ ਜਦੋਂ ਜਾਂਦੀ ਹੈ ਕਿਡਨੀ 'ਚ, ਤੇ ਕਿਡਨੀ ਦੇ ਉੱਪਰ ਤੁਸੀਂ ਕਦੇ ਕਿਡਨੀ ਦੇਖਿਆ? ਬੱਕਰਾ ਜ਼ਿਬਾ ਹੋਇਆ ਉਹਦਾ ਦੇਖਿਆ ਤੁਸੀਂ? ਮੀਟ ਤੋਂ ਕਿਡਨੀ ਨਿਕਲਿਆ। ਉਹ ਕਿਡਨੀ ਦੇ ਉੱਤੇ ਇੱਕ ਨੈਚੁਰਲ ਰੱਬ ਨੇ ਚਰਬੀ ਦੀ ਲੇਅਰ ਰੱਖੀ ਹੋਈ ਹੈ। ਅੱਛਾ। ਉਹ ਉਹਦੇ ਕਲੋਥਸ ਨੇ, ਉਹਦੇ ਕੱਪੜੇ ਨੇ, ਉਹ ਉਹਨੂੰ ਪ੍ਰੋਟੈਕਸ਼ਨ ਲਈ ਦਿੱਤੀ ਹੋਈ ਹੈ। ਜਦੋਂ ਤੁਸੀਂ ਗਰਮ ਪਾਣੀ ਜਾਂਦਾ ਹੈ ਨਾ ਉਹ ਕਿਡਨੀ ਦੇ ਵਿੱਚੋਂ, ਨੈਫਰੋਨਸ ਨੇ ਉਹਦੇ, ਬਰੀਕ ਬਰੀਕ ਨੈਫਰੋਨਸ, ਛੋਟੇ ਛੋਟੇ ਜਿਹੜੇ ਸੈਲਸ ਨੇ ਕਿਡਨੀ ਦੇ, ਜਿਹੜੇ ਪਾਣੀ ਨੂੰ ਵਾਸ਼ ਕਰਦੇ ਨੇ, ਸਾਫ਼ ਕਰਦੇ ਨੇ। ਉਹ ਨੈਫਰੋਨਸ ਇੰਨੇ ਡੈਲੀਕੇਟ ਹੁੰਦੇ ਨੇ, ਜਦੋਂ ਉਹਨੂੰ ਗਰਮ ਚੀਜ਼ ਕੋਈ ਬਾਰ-ਬਾਰ ਟੱਚ ਕਰਦੀ ਹੈ, ਉਹਨਾਂ ਨੂੰ ਆਪਣਾ ਜਿਹੜਾ ਡੇਲੀ ਫੰਕਸ਼ਨ ਹੈ ਕਰਨ 'ਚ ਪ੍ਰੋਬਲਮ ਪੈਦਾ ਹੁੰਦੀ ਹੈ। ਅੱਛਾ। ਉਹ ਨੈਫਰੋਨਸ ਡੈਮੇਜ ਹੁੰਦੇ ਨੇ। ਜਦੋਂ ਨੈਫਰੋਨਸ ਡੈਮੇਜ ਹੁੰਦੇ ਨੇ ਤੇ ਉਹ ਜਿਹੜੀ ਕਿਡਨੀ ਦੇ ਉੱਤੇ ਚਰਬੀ ਹੈ ਨਾ, ਉਹ ਵੀ ਪਿਘਲਣਾ ਸ਼ੁਰੂ ਹੋ ਜਾਂਦੀ ਹੈ। ਉਹਦੀ ਜਿੰਨੀ ਬਾਰੀਕ ਲੇਅਰ ਹੈ ਕਿਸੇ ਦੇ ਕਿਡਨੀ ਤੇ, ਉਹ ਉਨੀ ਜਲਦੀ ਪਿਘਲ ਜਾਏਗੀ। ਜਦੋਂ ਚਰਬੀ ਪਿਘਲ ਜਾਂਦੀ ਹੈ ਕਿਡਨੀ ਦੀ, ਤੇ ਤੁਹਾਨੂੰ ਹਲਕੀ ਹਲਕੀ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਹੈ ਕਿਡਨੀ ਵਾਲੀ ਸਾਈਡ ਤੇ। ਅੱਛਾ। ਲੈਫਟ ਸਾਈਡ ਤੇ ਜਾਂ ਰਾਈਟ ਸਾਈਡ ਤੇ ਜਾਂ ਦੋਨਾਂ ਤੇ। ਜਦੋਂ ਖਿੱਚ ਪੈਂਦੀ ਹੈ ਨਾ, ਤੇ ਤੁਹਾਨੂੰ ਅਕਸਰ ਤੁਸੀਂ ਦੇਖਿਆ ਹੋਣਾ, ਅਕਸਰ ਲੋਕ ਕਹਿੰਦੇ ਮੈਨੂੰ ਚੁੱਕ ਪੈ ਗਈ, ਮੈਨੂੰ ਕਮਰ ਦੀ ਦਰਦ ਹੋ ਰਹੀ। ਉਹ ਕਮਰ ਦੀ ਦਰਦ ਉਸ ਸ਼ਖਸ ਨੂੰ ਹੁੰਦੀ ਹੈ ਜਿਹਦਾ ਪਾਣੀ ਜਾਂ ਗਰਮ ਹੁੰਦਾ ਜਾਂ ਨਹੀਂ ਹੁੰਦਾ ਜਾਂ ਘੱਟ ਹੁੰਦਾ। ਉਹ ਕਿਉਂ ਹੁੰਦੀ ਹੈ? ਕਿ ਉਹ ਕਿਡਨੀ ਡੈਮੇਜ ਹੋ ਰਿਹਾ, ਔਰ ਕਿਡਨੀ ਤੋਂ ਜਿਹੜੀ ਪੋਰਟਲ ਵੇਨਸ ਕਮਰ ਨੂੰ ਜਾ ਰਹੀਆਂ ਨੇ, ਉਹ ਵੇਨਸ ਪਿਚਕ ਰਹੀਆਂ ਨੇ, ਉਹ ਪੂਰੀ ਤਰ੍ਹਾਂ ਫੰਕਸ਼ਨ ਨਹੀਂ ਕਰ ਰਹੀਆਂ। ਉਹਨੂੰ ਕਹਿੰਦੇ ਨੇ ਮੇਰੀ ਇੱਕ ਵੇਨ ਡੈਮੇਜ ਹੋ ਗਈ, ਮੇਰੀ ਇੱਕ ਵੇਨ ਖਿੱਚ ਪੈ ਗਈ। ਉਹ ਐਕਚੁਅਲੀ ਤੇ ਇਹ ਕੰਮ ਹੋਇਆ ਹੁੰਦਾ। ਹੁਣ ਜਿਹੜੇ ਵੀ ਸ਼ਖਸ ਨੇ ਇਹ ਮਸ਼ਹੂਰ ਕੀਤਾ ਹੈ ਕਿ ਗਰਮ ਪਾਣੀ ਪੀਣਾ ਚਾਹੀਦਾ, ਗਰਮ ਪਾਣੀ ਉਹਨੂੰ ਪੀਣਾ ਚਾਹੀਦਾ ਜਿਹਦੇ ਅੰਦਰ ਕਿਡਨੀ ਤੇ ਚਰਬੀ ਜਿਹਨੇ ਨਹੀਂ ਪਿਘਲਾਣੀ, ਜਿਹਨੂੰ ਨਾ ਪਿਘਲਾਉਣ ਨਾਲ ਕੋਈ ਫਰਕ ਨਾ ਪਵੇ ਪਿਘਲਣ ਨਾਲ। ਲੇਕਿਨ ਇਹ ਫਰਕ ਤੇ ਸਾਰਿਆਂ ਨੂੰ ਪਏਗਾ। ਤੁਸੀਂ ਇੱਕ ਅੱਧੀ ਵਾਰੀ ਗਰਮ ਪਾਣੀ ਪੀ ਲਓ, 1 ਕੱਪ ਪੀ ਲਓ, ਲੇਕਿਨ ਚੁਸਕੀਆਂ ਲੈ ਕੇ ਉਹ ਆਰਾਮ ਨਾਲ, ਜਿਵੇਂ ਚਾਹ ਪੀਦੀ ਹੈ, ਉਹ ਤੇ ਹੌਲੀ ਹੌਲੀ ਜਾਏਗਾ, ਸਲੋ ਜਾਏਗਾ। ਉਹ ਦਿਨ 'ਚ 1 ਵਾਰੀ ਹੋਏਗਾ, ਉਹ ਇੰਨਾ ਡੈਮੇਜ ਨਹੀਂ ਹੋਏਗਾ। ਜਦੋਂ ਤੁਸੀਂ ਆਦਤ ਬਣਾ ਲਓਗੇ, ਰੋਜ਼ ਪੀਓਗੇ, ਜਾਂ ਸਵੇਰ ਉੱਠਦਿਆਂ ਹੀ ਖਾਲੀ ਹੁੰਦੇ ਸਾਰੇ ਤੁਹਾਡਾ ਰਸਤਾ ਨਾ ਕਿਡਨੀ ਤੱਕ, ਸਾਰਾ ਪਲੇਨ ਹੁੰਦਾ। ਜਿਵੇਂ ਹੀ ਤੁਸੀਂ ਸੁੱਟਿਆ ਗਰਮ ਪਾਣੀ ਦਾ ਗਲਾਸ, ਉਹ ਸਿੱਧਾ ਕਿਡਨੀ 'ਚ ਗਿਆ, ਤੁਹਾਨੂੰ ਉਸੇ ਦਿਨ ਹੀ ਪਤਾ ਲੱਗ ਜਾਊਗਾ, ਨਹੀਂ ਤਾਂ 2-3 ਦਿਨ ਬਾਅਦ ਪਤਾ ਲੱਗ ਜਾਊਗਾ ਕਿ ਤੁਹਾਡੀ ਚਰਬੀ ਪਿਘਲਣੀ ਸ਼ੁਰੂ ਹੋ ਗਈ ਕਿਡਨੀ। ਇੰਨਾ ਡੈਮੇਜ ਕਰਦਾ ਹੈ। ਹੁਣ ਇਦਾਂ ਹੀ ਸ਼ੰਕੇ ਡਾਇਬਟੀਜ਼ ਨੂੰ ਲੈ ਕੇ ਪੈਦਾ ਹੋਏ ਨੇ। ਜਦੋਂ ਕੋਈ ਕਿਤੋਂ ਕੋਈ ਗੱਲ ਸੁਣ ਲੈਣੀ, ਕਿਤੋਂ ਕੋਈ ਗੱਲ ਸੁਣ ਲੈਣੀ, ਫਿਰ ਹੁੰਦਾ ਵੀ ਹੁਣ ਸਹੀ ਕਿਹੜੀ ਮੰਨੀ ਹੈ ਯਾਰ। ਇਹ ਸ਼ੰਕੇ ਹਰ ਇੱਕ ਬਿਮਾਰੀ ਦੇ ਵਿੱਚ ਇਵੇਂ ਹੀ ਪੈਦਾ ਹੋਏ ਨੇ, ਕਿਉਂਕਿ ਡਾਕਟਰਸ ਨੇ ਚਲੋ ਮਿਹਨਤ ਕੀਤੀ, ਆਪਣੇ ਤਜਰਬੇ ਨੇ, ਪਰ ਉਹਦੇ ਵਿੱਚੋਂ ਲੋਕ ਕਿੱਦਾਂ ਛਾਨਣਾ ਲਾਉਣ ਵੀ ਕਿਹੜਾ ਸਹੀ ਹੈ ਤੇ ਕਿਹੜਾ ਗਲਤ ਹੈ। ਉਹਦਾ ਤਰੀਕਾ ਇਹ ਹੈ ਕਿ ਤੁਸੀਂ ਸਭ ਤੋਂ ਪਹਿਲਾਂ ਤੇ ਇਹ ਜਿਹੜੇ ਜਗ੍ਹਾ ਤੇ ਫਿਰਨ ਵਾਲਾ ਕੰਮ ਹੈ ਨਾ, ਇਹ ਬੰਦ ਕਰੋ। ਅੱਛਾ। ਕਿਸੇ ਇੱਕ ਨਾਲ ਅਟੈਚ ਹੋ ਜਾਓ, ਉਹਨੂੰ ਕੁਛ ਅਰਸਾ ਅਜ਼ਮਾਓ, ਉਹਨੂੰ ਚੈੱਕ ਕਰੋ। ਜੇ ਤੇ ਤੁਹਾਨੂੰ ਉਸ ਭਰੋਸੇ ਤੋਂ ਬਾਅਦ ਸਕੂਨ ਮਿਲਦਾ ਤੇ ਫਿਰ ਇੱਧਰ ਵੀ ਦੇਖਣਾ, ਉੱਧਰ ਵੀ ਦੇਖਣਾ, ਉਹ ਵੀ YouTube ਸੁਣਨਾ। YouTube ਤੇ ਜਿਹਨੇ 2 ਜਮਾਤਾਂ ਪੜ੍ਹੀਆਂ ਉਹ ਵੀ ਡਾਕਟਰ ਬਣ ਕੇ ਬੈਠਾ, ਜਿਹਨੇ 20 ਪੜ੍ਹੀਆਂ ਉਹ ਵੀ ਡਾਕਟਰ ਬਣ ਕੇ ਬੈਠਾ, ਜਿਹਦਾ ਐਕਸਪੀਰੀਅੰਸ ਉਹ ਵੀ ਬੈਠਾ, ਜਿਹਦਾ ਨਹੀਂ ਹੈ ਉਹ ਵੀ ਬੈਠਾ। ਤੇ YouTube ਤੋਂ ਤੁਸੀਂ ਜਿੰਨਾ ਤੁਸੀਂ ਨੌਲੇਜ ਲਓਗੇ, ਉਹਨੂੰ ਕਹਿੰਦੇ ਨੇ ਨੀਮ ਹਕੀਮ। ਤੇ ਨੀਮ ਹਕੀਮ ਕੌਣ ਹੁੰਦਾ? ਖਤਰਾ ਜਾਨ। ਤੇ ਜਿਵੇਂ ਨੀਮ ਹਕੀਮ ਖਤਰਾ ਜਾਨ ਹੁੰਦਾ, ਐਵੇਂ ਨੀਮ ਮੁੱਲਾ ਖਤਰਾ ਈਮਾਨ।
ਤੁਸੀਂ ਨੀਮ ਹਕੀਮਾਂ ਨੂੰ ਸੁਣਨਾ ਜਿੰਨਾ ਜ਼ਿਆਦਾ ਕਰੋਗੇ ਓਨਾ ਹੀ ਤਕਲੀਫ ਚਾਹੋਗੇ, ਓਨਾ ਹੀ ਕਨਫਿਊਜ਼ ਹੋਵੋਗੇ। ਜਦੋਂ ਤੁਸੀਂ ਨੀਮ ਹਕੀਮਾਂ ਨੂੰ ਸੁਣਨਾ ਘੱਟ ਕਰ ਦਿਓਗੇ ਤੁਸੀਂ ਓਨਾ ਹੀ ਰਿਲੈਕਸ ਹੁੰਦੇ ਜਾਓਗੇ, ਓਨਾ ਹੀ ਖੁਸ਼ ਹੋ ਜਾਓਗੇ। ਅੱਛਾ, ਜੇ ਕੋਈ ਬੰਦਾ ਡਾਇਬੈਟਿਕ ਆ ਉਹਦੇ ਵਾਸਤੇ ਖਾਣ ਪੀਣ ਦੀ ਸਮੱਸਿਆ ਨੂੰ ਲੈ ਕੇ ਕੀ ਆ, ਉਹ ਪਾਣੀ ਕਿਹੜਾ ਪੀਵੇ ਕਿਹੜਾ ਨਾ ਪੀਵੇ, ਹੋਰ ਕੀ ਖਾਵੇ ਤੇ ਕੀ ਛੱਡੇ? ਸਿਰਫ ਡਾਇਬੈਟਿਕ ਨੂੰ ਨਹੀਂ, ਜਿੰਨੇ ਲੋਕ ਆ ਉਹ ਨਾਰਮਲ ਪਾਣੀ ਪੀਣ। ਓਕੇ। ਗਰਮ ਪਾਣੀ ਨਹੀਂ ਪੀਣਾ ਚਾਹੀਦਾ। ਹੁਣ ਇਹਦੇ ਤੇ ਤੁਸੀਂ ਕੁਐਸਚਨ ਕਰੋਗੇ ਕਿ ਚਾਈਨੀਜ਼ ਤੇ ਗਰਮ ਪਾਣੀ ਪੀਂਦੇ ਆ। ਚਾਈਨੀਜ਼ ਬਚਪਨ ਤੋਂ ਗਰਮ ਪਾਣੀ ਪੀਣ ਤੇ ਲੱਗੇ ਨੇ। ਉਹਨਾਂ ਦੀ ਉਸ ਹਿਸਾਬ ਨਾਲ ਹੀ ਰੱਬ ਨੇ ਸਾਰੀ ਅੰਦਰ ਫਿਜ਼ੀਕ ਚੇਂਜ ਕਰ ਦਿੱਤੀ। ਅੱਛਾ। ਉਹਨਾਂ ਨੂੰ ਬਚਪਨ ਤੋਂ, ਔਰ ਉਹ ਵੀ ਇਸ ਤਰ੍ਹਾਂ ਨਹੀਂ ਪੀਂਦੇ ਘਟਾ ਘਟ ਇੱਕ ਗਲਾਸ ਪੀ ਜਾਂਦੇ ਗਰਮ ਪਾਣੀ, ਨਹੀਂ। ਉਹਨਾਂ ਨੇ ਬੋਤਲ ਭਰ ਕੇ ਰੱਖੀ ਹੁੰਦੀ ਹੈ, ਉਹ ਸਿਪ ਲੈਂਦੇ ਨੇ ਔਰ ਰੱਖ ਦਿੰਦੇ ਨੇ ਵਿੱਚ ਉਹਦੇ, ਉਹਨਾਂ ਨੇ ਔਰ ਗ੍ਰੀਨ ਟੀ ਪਾਈ ਹੁੰਦੀ ਹੈ। ਥੋੜਾ ਥੋੜਾ ਕਰਕੇ ਪੀਂਦੇ ਨੇ, ਥੋੜਾ ਥੋੜਾ, ਜਿਸ ਤਰ੍ਹਾਂ ਚਾਹ ਪੀਂਦੇ ਤੇ ਆਪਾਂ ਵੀ ਤਾਂ ਚਾਹ ਪੀਂਦੇ ਆ ਨਾ। ਕਈ ਲੋਕ 4 ਕੱਪ ਪੀਂਦੇ ਨੇ, ਕਈ 8 ਵੀ ਪੀਂਦੇ ਨੇ, ਕਈ 1 ਪੀਂਦੇ ਨੇ, ਕਈ 2 ਪੀਂਦੇ। ਤੇ ਸਾਨੂੰ ਉਹ ਚਾਹ ਉਹਨਾਂ ਡੈਮੇਜ ਨਹੀਂ ਕਰਦੀ ਜਿੰਨਾ ਘਟਾ ਘਟ ਗਰਮ ਪਾਣੀ ਪੀਣਾ ਡੈਮੇਜ ਕਰਦਾ। ਤੇ ਇਹ ਜਵਾਬ ਹੈ ਕਿ ਚਾਈਨੀਜ਼ ਵਰਗਾ ਅਗਰ ਤੁਸੀਂ ਬਣਨਾ ਤੇ ਉਹਨਾਂ ਦੀ ਫਿਜ਼ੀਕ ਹੋਰ ਹੋ ਗਈ ਹੈ, ਕਿਉਂਕਿ ਉਹ ਸ਼ੁਰੂ ਤੋਂ ਸ਼ੁਰੂ ਕਰਦੇ ਆ। ਤੁਸੀਂ ਆਪਣੇ ਬੱਚੇ ਨੂੰ ਸ਼ੁਰੂ ਤੋਂ ਸ਼ੁਰੂ ਕਰਾ ਦਿਓ, ਅਸੀਂ ਵਿੱਚੋਂ ਸ਼ੁਰੂ ਕਰਦੇ ਹਾਂ। ਤਾਂ ਸਾਡੀ ਹੋਰ ਰਿਕੁਆਇਰਮੈਂਟ ਹੈ ਬਾਡੀ ਦੀ, ਉਹਨਾਂ ਦੀ ਬਾਡੀ ਦੀ ਹੋਰ ਰਿਕੁਆਇਰਮੈਂਟ ਹੈ। ਇਸੇ ਤਰ੍ਹਾਂ ਹੀ ਗਰਮ ਇਲਾਕਿਆਂ ਦੇ ਬੰਦੇ ਜਦੋਂ ਠੰਡੇ ਇਲਾਕਿਆਂ 'ਚ ਜਾਂਦੇ ਬਿਮਾਰ ਹੋ ਜਾਂਦੇ, ਠੰਡੇ ਇਲਾਕਿਆਂ ਵਾਲੇ ਬੰਦੇ ਜਦੋਂ ਗਰਮ ਇਲਾਕਿਆਂ 'ਚ ਜਾਂਦੇ ਇੱਕ ਵਾਰੀ ਬਿਮਾਰ ਜ਼ਰੂਰ ਹੁੰਦੇ ਆ। ਉਹਨਾਂ ਨੂੰ ਕੋਈ ਨਾ ਕੋਈ ਬਿਮਾਰੀਆਂ ਉੱਥੋਂ ਦੀਆਂ ਲੱਗਦੀਆਂ। ਤੁਸੀਂ ਜਿੱਥੇ ਹੋ ਤੁਸੀਂ ਉੱਥੋਂ ਦੀ ਇਨਵਾਇਰਨਮੈਂਟ ਲਈ ਸੁਟੇਬਲ ਹੋ। ਇਸੇ ਤਰ੍ਹਾਂ ਹੀ ਜਿਹੜੇ ਗਰਮ ਪਾਣੀ ਨਾਲ ਸੁਟੇਬਲ ਹੈ ਉਹ ਉਹਦੇ ਨਾਲ ਸੁਟੇਬਲ ਹੈ। ਜਿਹੜੇ ਨਾਰਮਲ ਪਾਣੀ ਨਾਲ ਸੁਟੇਬਲ ਹੈ, ਤੁਹਾਡੀ ਔਰ ਮੇਰੀ ਫਿਜ਼ੀਕ ਗਰਮ ਪਾਣੀ ਵਾਲੀ ਨਹੀਂ ਹੈਗੀ। ਇਸ ਲਈ ਪਲੀਜ਼ ਇੱਕ ਤੇ ਗਰਮ ਪਾਣੀ ਪੀਣਾ ਬੰਦ ਕਰੋ। ਬੋਇਲ ਕਰਕੇ ਠੰਡਾ ਕਰ ਲੈਣਾ ਵੀ ਉਹੀ ਪਾਣੀ ਹੋ ਗਿਆ, ਉਹ ਜ਼ਾਇਆ ਹੋ ਗਿਆ ਪਾਣੀ। ਅੱਛਾ। ਦੇਖੋ ਨਾ, ਅੱਗ ਨੂੰ ਪਤਾ ਹੈ ਕਿ ਇਹ ਵਾਲਾ ਜਰਮ ਮੈਂ ਮਾਰਨਾ ਤੇ ਇਹ ਨਹੀਂ ਮਾਰਨਾ। ਅੱਗ ਨੂੰ ਤਾਂ ਨਹੀਂ ਪਤਾ, ਉਹਨੇ ਤਾਂ ਸਾਰੇ ਮਿਨਰਲਸ ਮਾਰ ਦੇਣੇ ਨਾ। ਜਿੰਨੇ ਮਿਨਰਲਸ ਨੇ ਪਾਣੀ 'ਚ, ਜੋ ਕੁਝ ਫਾਇਦੇਮੰਦ ਸਭ ਖਤਮ, ਜੋ ਆ ਗਿਆ ਉਹਨੇ ਮਲੀਆ ਮੇਟ ਹੀ ਕਰਨਾ। ਤੇ ਤੁਸੀਂ ਰੋਟੀ ਦੀ ਜਗ੍ਹਾ ਤੇ ਸਪੰਜ ਖਾਓ, ਫਾਇਦਾ ਹੋਏਗਾ। ਇਹ ਪਾਣੀ ਸਪੰਜ ਬਣ ਗਿਆ, ਕੀ ਫਾਇਦਾ ਹੋਏਗਾ? ਚਲੋ, ਇਹ ਬਾਕੀ ਬਹੁਤ ਤਗੜੀ ਇੱਕ ਜਿਹੜੀ ਇਹ ਕੰਟਰੋਵਰਸੀ ਕਹਿ ਲਈਏ ਜਾਂ ਇੱਕ ਮਿੱਥ ਬਣੀ ਪਈ ਹੈ ਕਿ ਬਈ ਇੱਦਾਂ। ਤੁਹਾਡਾ ਧੰਨਵਾਦ ਉਹਦੇ ਲਈ। ਜਾਂਦੇ ਜਾਂਦੇ ਜੇ ਕੋਈ ਆਖਰੀ ਗੱਲ ਸੁਣਾਉਣੀ ਆ ਤੇ ਸਾਨੂੰ ਉਹ ਜ਼ਰੂਰ ਸੁਣਾਓ, ਕਿਉਂਕਿ ਉਹਦਾ ਇੰਤਜ਼ਾਰ ਕਾਫੀ ਰਹਿੰਦਾ ਜੀ। ਬਹੁਤ ਸਾਰੇ ਲੋਕ ਦੂਸਰੇ ਨੂੰ ਹਰਾ ਕੇ ਜਿੱਤਣਾ ਚਾਹੁੰਦੇ ਨੇ। ਤੁਹਾਡੀ ਉਹ ਹਰ ਉਹ ਜਿੱਤ ਹਾਰ ਹੈ ਜਿਹਦਾ ਮਕਸਦ ਦੂਸਰੇ ਨੂੰ ਹਰਾਉਣਾ ਹੋਵੇ। ਕੀ ਬਾਤ। ਤੁਸੀਂ ਦੂਸਰੇ ਨੂੰ ਜਿਤਾ ਕੇ ਜਿੱਤੋ ਤੇ ਅਸਲ ਜਿੱਤ ਉਹ ਹੈ। ਤੇ ਜ਼ਿੰਦਗੀ 'ਚ ਇਹ ਸਿੱਖੋ ਕਿ ਦੂਸਰੇ ਦਾ ਭਲਾ ਕਰਕੇ, ਦੂਸਰੇ ਨੂੰ ਜਿਤਾ ਕੇ ਫਿਰ ਜਿੱਤ ਬਣਾਓ ਆਪਣੀ। ਜੇ ਮੈਂ ਆਪਣੀ ਜਿੱਤ ਲਈ ਸਾਰਿਆਂ ਨੂੰ ਨੀਵਾਂ ਕਰ ਦਿਆਂ ਤੇ ਉਹ ਮੇਰੀ ਜਿੱਤ ਨਹੀਂ, ਅਸਲ 'ਚ ਉਹ ਮੇਰੀ ਹਾਰ ਹੈ। ਉਹਦਾ ਪਤਾ ਸਮਾਂ ਪਾ ਕੇ ਲੱਗੂਗਾ। ਪਾ ਕੇ ਕਈ ਵਾਰੀ ਤਾਂ ਫੌਰਨ ਲੱਗ ਜਾਂਦਾ। ਜਿਹਦਾ ਜਿੰਨਾ ਨੇੜੇ ਆ ਰੱਬ, ਉਹਨੂੰ ਉਨੀ ਛੇਤੀ ਲੱਗ ਜਾਊਗਾ। ਜਿਹਦਾ ਜਿੰਨਾ ਦੂਰ ਹੈ ਉਹਨੂੰ ਉਹਨੇ ਦਿਨਾਂ ਬਾਅਦ ਪਤਾ ਲੱਗੂਗਾ ਜਾਂ ਉਹਨੇ ਮਹੀਨਿਆਂ ਬਾਅਦ। ਇਸ ਲਈ ਕਿਸੇ ਨੂੰ ਹਰਾ ਕੇ ਨਾ ਸਮਝੋ ਕਿ ਤੁਸੀਂ ਜਿੱਤ ਗਏ ਹੋ, ਕਿਸੇ ਨੂੰ ਜਿਤਾ ਕੇ ਸਮਝੋ ਕਿ ਤੁਸੀਂ ਜਿੱਤ ਗਏ। ਕੀ ਬਾਤ। ਬਹੁਤ ਧੰਨਵਾਦ ਡਾਕਟਰ ਸਾਹਿਬ, ਕਮਾਲ ਦੀ ਗੱਲ ਆਖੀ ਤੁਸੀਂ ਜੀ। ਧੰਨਵਾਦ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ। ਥੈਂਕ ਯੂ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਜੀ। ਮੈਨੂੰ ਜੋਗਰਾਜ ਸਿੰਘ ਕਾਲੂ ਨੂੰ ਦਿਓ ਆਗਿਆ। ਤੁਸੀਂ ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।